ਸਮਾਂ ਆਇਆ ਵੇਖੋ ਜੀ, ਗੁਰੂ ਹਰਗੋਬਿੰਦ ਸਾਹਿਬ ਪੰਜ ਭੂਤਕ ਸਰੀਰ ਤਿਆਗਣ ਤੋਂ ਪਹਿਲਾਂ ਗੁਰੂ ਹਰਰਾਏ ਸਾਹਿਬ ਨੂੰ ਤਖਤ ਦਾ ਵਾਰਸ ਸਥਾਪਦੇ ਨੇ। ਬਾਬਾ ਗੁਰੂ ਤੇਗ ਬਹਾਦਰ ਮਾਂ ਨਾਨਕੀ ਤੇ ਆਪਣੇ ਮਹਿਲ ਮਾਤਾ ਗੁਜਰੀ ਜੀ ਦੇ ਨਾਲ ਬਾਬਾ ਬਕਾਲਾ ਸਾਹਿਬ ਆ ਜਾਂਦੇ ਨੇ। ਬਾਬਾ ਬਕਾਲਾ ਸਾਹਿਬ ਪਹੁੰਚ ਜਾਂਦੇ ਨੇ। ਉਧਰ ਸਮਾਂ ਆਉਂਦਾ ਹੈ, ਗੁਰੂ ਹਰਰਾਏ ਸਾਹਿਬ ਪੰਜ ਭੂਤਕ ਸਰੀਰ ਤਿਆਗ ਕੇ ਆਪਣੀ ਅਗੰਮੀ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਵਿੱਚ ਟਿਕਾ ਜਾਂਦੇ ਨੇ। ਉਹ ਬਾਲਾ ਪ੍ਰੀਤਮ ਲੋਕਾਈ ਦੇ ਦੁੱਖ ਹਰਦੇ ਹੋਏ ਦਿੱਲੀ ਦੇ ਵਿੱਚ ਜਦੋਂ ਪੰਜ ਭੂਤਕ ਸਰੀਰ ਤਿਆਗਣ ਲੱਗਦੇ ਨੇ ਨਾ, ਤੇ ਸਿੱਖਾਂ ਪੁੱਛਿਆ, ਬਾਪੂ ਕਿਹਦੇ ਲੜ ਲਾ ਕੇ ਚੱਲਿਆ ਹੈ, ਸਾਡਾ ਵਾਲੀ ਵਾਰਸ ਕੌਣ ਹੋਵੇਗਾ? ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ, ਬੋਲੇ ਸਭਨ ਸੁਨਾਏ ਵਿਸਾਲੇ, ਬਸ ਹੈ ਬਾਬਾ ਬੀਚ ਬਕਾਲੇ। ਸਾਰਿਆਂ ਨੂੰ ਸੁਣਾ ਕੇ ਗਲੂਏ ਚੋਂ ਬੋਲ ਪ੍ਰਗਟ ਕੀਤੇ। ਉਹ ਬਾਬਾ ਬਕਾਲੇ ਰਹਿੰਦਾ ਜੇ, ਲੱਭ ਲੋ ਜਾ ਕੇ। ਜਾਣਦੇ ਨੇ ਹਰ ਬੰਦਾ ਹੀਰੇ ਦੀ ਪਰਖ ਕਰਨੀ ਨਹੀਂ ਜਾਣਦਾ, ਕਈ ਕੱਚ ਨੂੰ ਹੀਰਾ ਸਮਝ ਲੈਂਦੇ ਨੇ। ਜਿਹੜੇ ਪਾਰਖੂ ਹੋਏ ਲੱਭ ਲੈਣਗੇ। ਉਹ ਜਦੋਂ ਰੌਲਾ ਪੈ ਗਿਆ ਵੀ ਬਾਬਾ ਬਕਾਲੇ ਹੈ, ਤੇ ਸੋਢੀ ਵੰਸ਼ ਦੇ ਜਿੰਨੇ ਵੀ ਪੁੱਤ ਪੋਤਰੇ ਜੋ ਗਿਣਤੀ ਮਿਣਤੀ ਸੀ ਮੰਜੀਆਂ ਢਾਹ ਢਾਹ ਕੇ ਬਹਿ ਗਈ। ਕਹਿ ਦਿੱਤਾ ਜਾਂਦਾ ਜੀ 22 ਮੰਜੀਆਂ ਤੇ 22 ਗੁਰੂ ਬਣ ਕੇ ਬਹਿ ਗਏ। ਉਹ ਸਾਰੇ ਗੁਰੂ ਅਖਵਾਉਣ ਲੱਗੇ। ਘਾਟ ਨਾ ਕਿਨਹੀ ਕਹਾਇਆ ਸਭ ਕਹਤੇ ਹੈ ਪਾਇਆ। ਸਾਰੇ ਹੀ ਗੁਰੂ ਅਖਵਾਉਣ ਲੱਗ ਪਏ। ਜਿੰਨਾ ਚਿਰ ਰੱਬੀ ਰਸ ਨੂੰ ਮਾਣਿਆ ਨਾ ਹੋਵੇ, ਉਹਨਾਂ ਚਿਰ ਮਹਾਂਪੁਰਸ਼ਾਂ ਦੀ ਪਹਿਚਾਣ ਨਹੀਂ ਹੁੰਦੀ। ਜਿਹੜਾ ਅਸਲ ਗੁਰੂ ਸੀ ਨਾ, ਸੋਢੀ ਵੰਸ਼ ਦਾ ਮਾਲਕ, ਉਹ ਤੇ ਭੋਰੇ ਵਿੱਚ ਬੈਠਾ ਹੈ ਤੇ 26 ਵਰੇ ਹੋ ਗਏ ਨੇ। 26 ਆਪਣੇ ਨਿਰਗੁਣ ਦੀ ਯਾਦ ਵਿੱਚ ਚੌਂਕੜਾ ਲਾ ਕੇ ਬੈਠਾ ਹੈ ਤੇ ਕੱਚ ਮੰਜੀਆਂ ਤੇ ਬੈਠਾ ਹੈ ਪੂਜਾ ਕਰਵਾਉਣ ਨੂੰ, ਤੇ ਹੀਰਾ ਛਿਪਿਆ ਹੋਇਆ। ਹੀਰੇ ਵੈਸੇ ਵੀ ਖਾਨਾਂ ਚੋਂ ਹੀ ਲੱਭਦੇ ਨੇ, ਸ਼ਰੇਆਮ ਨਹੀਂ ਏਦਾਂ ਰੁਲਦੇ ਫਿਰਦੇ। ਉਹ ਰੱਬੀ ਰਸਕ ਮਾਨਣ ਵਾਲਾ ਇੱਕ ਮਹਾਂਪੁਰਸ਼ ਅੱਜ ਆਇਆ, ਲੱਭਦਾ ਲਭਾਉਂਦਾ ਆਇਆ। ਨਾਮ ਸੀ ਉਹਦਾ ਬਾਬਾ ਮੱਖਣ ਸ਼ਾਹ ਲੁਬਾਣਾ। ਉਹਨੇ 2-2 4-4 ਮੋਹਰਾਂ ਉਹ ਜਿਹੜੇ ਮੰਜੀਆਂ ਢਾ ਕੇ ਬੈਠੇ ਸੀ ਮੱਥਾ ਟੇਕਿਆ, ਪਰ ਮਨ ਨੂੰ ਤਸੱਲੀ ਨਾ ਆਈ। ਬਾਜ਼ਾਰ ਵਿੱਚ ਪੁੱਛਦਾ ਹੈ ਵੀ ਕੋਈ ਹੋਰ ਸੋਢੀ ਹੋਵੇ। ਉਹ ਅੱਗੇ ਲੋਕ ਅੱਕੇ ਨੇ ਉਹਨਾਂ ਬਾਈਆਂ ਤੋਂ, ਕਹਿੰਦੇ ਵੀ ਬਾਈਆਂ ਨਾਲ ਨਹੀਂ ਸਰਿਆ, ਹੁਣ ਤੈਨੂੰ 23ਵਾਂ ਚਾਹੀਦਾ ਹੈ, ਤੇ ਜੇ ਨਹੀਂ ਸਰਦਾ ਤੇ ਤੈਨੂੰ ਦੱਸ ਦਈਏ। ਤੇਗਾ ਕਮਲਾ ਕਹਿੰਦੇ ਨੇ ਉਸਨੂੰ, ਖੁਦ ਖੁਦਾ ਲਈ ਲਫ਼ਜ਼ ਵਰਤੇ ਕਮਲਾ। ਉਹ ਭੋਰੇ ਵਿੱਚ ਰਹਿੰਦਾ ਹੀ ਤੇ ਕਮਲਾ ਇਸ ਲਈ ਕਹਿੰਦੇ ਨੇ, ਕਿਸੇ ਦੇ ਮੱਥੇ ਨਹੀਂ ਲੱਗਦਾ ਉਹ। ਤੇ ਜਾ ਜਾ ਕੇ ਉਹਨੂੰ ਮਿਲਦਾ, ਸ਼ਾਇਦ ਤੈਨੂੰ ਕੋਈ ਤਸੱਲੀ ਮਿਲ ਜਾਵੇ। ਦੌੜਿਆ ਗਿਆ ਹੈ। ਉੱਥੇ ਵੈਰਾਗ ਦੀ ਮੂਰਤ ਭੋਰੇ ਵਿੱਚ ਬੈਠੀ ਹੈ, ਦਰਵਾਜ਼ਾ ਲੱਗਾ ਹੈ, ਤੇ ਤਿਆਗ ਦੀ ਮੂਰਤ ਮਾਂ ਗੁਜਰੀ ਭੋਰੇ ਦੇ ਬਾਹਰ ਬੈਠੀ ਹੈ। ਤੇ ਝੋਲੀ ਅੱਡ ਕੇ ਕਹਿੰਦਾ, ਮਾਂ ਮੈਨੂੰ ਦੀਦਾਰੇ ਕਰਵਾ ਮੇਰੇ ਮੁਰਸ਼ਦ ਦੇ ਜੋ ਭੋਰੇ ਵਿੱਚ ਬੈਠਾ ਹੈ। ਮਾਂ ਕਹਿੰਦੀ ਅਖੰਡ ਸਮਾਧੀ ਵਿੱਚ ਬੈਠੇ ਨੇ। ਇਹ ਵੀ ਲਫ਼ਜ਼ ਵਰਤਿਆ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਨੇ, ਅਖੰਡ। ਇਹਦੀ ਸਮਾਧੀ ਅਡੋਲ ਹੋਵੇਗੀ, ਇਹ ਅਖੰਡ ਸਮਾਧੀ ਦਾ ਮਾਲਕ ਹੋਵੇਗਾ। ਤਾਂ ਸਜਦਾ ਕੀਤਾ ਬਾਬਾ ਬਿਧੀ ਚੰਦ ਜੀ ਇਹਦੇ ਚਰਨਾਂ ਵੱਲ। ਬੈਠੇ ਸਨ। ਮਾਂ ਨੂੰ ਜਾ ਕੇ ਬੇਨਤੀ ਕੀਤੀ। ਮਾਂ ਕਹਿੰਦੀ ਝਿੜਕਾਂ ਪੈਣਗੀਆਂ। ਕਹਿੰਦਾ ਮਾਂ ਝੋਲੀ ਚ ਪਵਾ ਲਵਾਂਗਾ, ਦਰਸ਼ਨ ਕਰਵਾ। ਮਾਂ ਨੇ ਦਰਵਾਜ਼ਾ ਖੋਲਿਆ ਹੈ। ਇਸ ਗੱਲ ਦਾ ਧਿਆਨ ਰੱਖਿਓ, ਜਿਹੜਾ ਲੁਬਾਣਾ ਲਫ਼ਜ਼ ਆਪਾਂ ਵਰਤਦੇ ਆ ਨਾ, ਬਾਣਾ ਬਣਦਾ ਹੈ ਬਾਣੀਏ ਤੋਂ। ਲੂ ਬਾਣਾ, ਲੂ ਬਣਿਆ ਹੈ ਲੂਣ ਤੋਂ, ਲੂਣ ਦੇ ਬਾਣੀਏ। ਬਾਬਾ ਸੌਣ ਜੀ ਲੂਣ ਦੇ ਵੱਡੇ ਕਾਰੋਬਾਰੀ ਸਨ। ਇਹ ਗੁਰੂ ਨਾਨਕ ਦੀ ਬਖਸ਼ਿਸ਼ ਨਾਲ, ਗੁਰ ਕੈ ਬਚਨ ਕੀਨੋ ਰਾਜ ਜੋਗ, ਵੱਡਾ ਰਾਜਾ ਜੋਗੀ ਸੀ। ਗੁਰੂ ਨਾਨਕ ਦੀ ਬਰਕਤ ਨਾਲ ਬੜਾ ਅਮੀਰ ਹੋ ਨਿਬੜਿਆ ਸੀ, ਰੱਬ ਨਾਲ ਵੀ ਜੁੜਿਆ ਸੀ, ਜੋਗੀ ਵੀ ਸੀ ਤੇ ਰਾਜਾ ਵੀ ਸੀ। ਇਹ ਉਹਦੇ ਪਰਿਵਾਰ ਚੋਂ ਇਹ ਬਾਬਾ ਮੱਖਣ ਸ਼ਾਹ ਲੁਬਾਣਾ ਸੀ। ਜੇਲਮ ਦੇ ਇਲਾਕੇ ਵਿੱਚ ਇਹਨਾਂ ਦਾ ਵੱਡਾ ਕਾਰੋਬਾਰ ਸੀ, ਲੂਣ ਦੇ ਵਪਾਰੀ ਸਨ। ਇਹਦਾ ਜਹਾਜ਼ ਵਪਾਰ ਕਰਨ ਗਿਆ ਸੀ, ਆਪ ਵੀ ਨਾਲ ਹੀ ਸੀ। ਤਕਰੀਬਨ 500 ਸਿਪਾਹੀ ਇਹਦੇ ਨਾਲ ਰਿਹਾ ਕਰਦਾ ਸੀ, ਹਜ਼ਾਰਾਂ ਹੀ ਇਹਦੇ ਗੱਡੇ ਬੈਲ ਚੱਲਦੇ ਸਨ। ਮੱਖਣ ਸ਼ਾਹ ਲੁਬਾਣਾ ਹੁਤੋ ਸਿੱਖ, ਦੱਖਣ ਦਹੇਸ਼
ਰਹਾਵਨ ਵਾਰੋ ਬੈਲ ਚਲੈ ਇੱਕ ਲਾਕ ਤਿਸੈ ਅਰਖੇਪ ਜਹਾਜਨ ਕੋ ਬਨਜਾਰੋ। ਗਿਆਨੀ ਗਿਆਨ ਸਿੰਘ ਕਹਿੰਦੇ ਵੱਡਾ ਵਪਾਰੀ ਸੀ ਇਹ। ਉਹ ਜਹਾਜ਼ ਡੁੱਬ ਚੱਲਿਆ ਸੀ। ਉਹ ਜਿਹੜਾ 500 ਸਾਥੀ ਸੀ ਨਾ, ਅੱਜ ਉਹ ਵੀ ਜਹਾਜ਼ ਨੂੰ ਬੰਨੇ ਨਾ ਲਾ ਸਕਿਆ। ਹੋਤੇ ਸਵਾਰ ਪੰਚ ਸੈ ਸੰਗ ਉਠਾਏ ਤੀਰ ਤੁਰੰਗ ਤੁਫੰਗ। ਉਹ ਜਿਹੜੇ ਨਾਲ 500 ਚੇਲੇ ਸੀ ਨਾ, ਤਲਵਾਰਾਂ ਰਫਲਾਂ ਤੀਰ ਲੈ ਕੇ ਰਹਿੰਦੇ ਸਨ। ਬਰੇਤੇ ਵਿੱਚ ਜਹਾਜ਼ ਫਸਿਆ, ਧੱਕਾ ਧੁੱਕਾ ਲਾਇਆ, ਗੱਲ ਨਾ ਬਣੀ। ਤਰਲਾ ਲਿਆ, ਯਾਦ ਆ ਗਈ ਗੁਰੂ ਨਾਨਕ ਦੀ, ਅਬ ਸਤਿਗੁਰ ਹੀ ਬਨੈ ਸਹਾਈ, ਨਾ ਹੈ ਅਪਰਨ ਕੀ ਗਤ ਜਿਹੇ ਥਾਈ। ਕਹਿੰਦੇ ਹੁਣ ਗੁਰੂ ਸਹਾਇਤਾ ਕਰ ਸਕਦਾ ਹੈ, ਹੋਰ ਕੋਈ ਨਹੀਂ। ਅਰਦਾਸ ਕੀਤੀ ਪਾਤਸ਼ਾਹ ਅੱਗੇ, ਤੇ ਉਹਦਾ ਕੀ ਸੁਭਾਅ ਹੈ, ਦੇ ਕੰਨ ਸੁਣੋ ਅਰਦਾਸ ਜੀਓ, ਠੋਕ ਵਜਾਏ ਸਭ ਡਿਠੀਆ, ਤੁਸ ਆਪੇ ਲਇਨ ਛਡਾਏ ਜੀਓ। ਅਰਦਾਸ ਸੁਣਦਾ ਹੈ ਕੰਨ ਦੇ ਕੇ। ਉਹਦਾ ਇੱਕ ਸੁਭਾਅ ਹੈ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ। ਸਾਡੇ ਬਾਪੂ ਦਾ ਜੋਰ ਹਰ ਜ਼ਰੇ ਵਿੱਚ ਚੱਲਦਾ ਹੈ। ਉਹ ਖੈਰ ਜਹਾਜ਼ ਯਾਦ ਕਰਦੇ ਆਈ ਬਰੇਤੇ ਤੋਂ ਚੱਲ ਪਿਆ। ਇਸ ਕਾਰਨ ਆਇਆ ਹੈ, ਸੁਖਣਾ ਸੁਖੀ ਸੀ ਵੀ ਜਹਾਜ਼ ਨਾ ਡੁੱਬੇ ਤੇ 500 ਮੋਹਰ ਚੜਾਵਾਂਗਾ। ਉਹ 2-2 4-4 ਮੋਹਰਾਂ ਸੋਢੀਆਂ ਅੱਗੇ ਰੱਖੀਆਂ। ਕਿਸੇ ਨੇ ਜੋ ਅੰਦਰ ਦੀ ਇੱਛਾ ਸੀ, ਜੋ ਅੰਦਰ ਦਾ ਖਿਆਲਾਤ ਸੀ ਬਾਬਾ ਮੱਖਣ ਸ਼ਾਹ ਦੇ, ਉਹ ਨਾ ਬੁੱਝਿਆ। ਤਸੱਲੀ ਨਹੀਂ ਸੀ ਹੋਈ ਤੇ ਹੁਣ ਭੋਰੇ ਵਾਲੇ ਬਾਬੇ ਕੋਲ ਪਹੁੰਚ ਗਿਆ। ਦਰਵਾਜ਼ਾ ਮਾਂ ਨੇ ਖੋਲਿਆ, ਚਰਨਾਂ ਦੇ ਵਿੱਚ ਬੈਠਾ ਹੈ। ਜਦੋਂ ਚਰਨਾਂ ਦੇ ਵਿੱਚ ਜਾ ਕੇ ਬਾਬਾ ਮੱਖਣ ਸ਼ਾਹ ਝੁਕਦਾ ਹੈ ਨਾ, ਬੂਟੇ ਸ਼ਾਹ ਨੇ ਤਵਾਰੀਖੇ ਪੰਜਾਬ ਵਿੱਚ ਨਾ ਫਾਰਸੀ ਦੇ ਪਾਕ ਬੋਲ ਉਚਾਰੇ ਨੇ, ਊਰਾ ਦਰਵੇਸ਼ ਸੂਰਤ। ਕਹਿੰਦਾ ਉਹਦਾ ਜਿਹੜਾ ਚਿਹਰਾ ਸੀ ਨਾ, ਚਿਹਰਾ ਕਾਮਲ ਦਰਵੇਸ਼ਾਂ ਵਾਲਾ ਸੀ। ਗੁਰੂ ਤੇਗ ਬਹਾਦਰ ਦੀ ਜਿਹੜੀ ਸੂਰਤ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਤੱਕੀ ਹੈ, ਉਹ ਦਰਵੇਸ਼ਾਂ ਵਾਲੀ ਸੀ। ਉਹਦੇ ਚਿਹਰੇ ਦਾ ਨੂਰ ਤੱਕ ਕੇ ਨਾ ਕਦਮ ਬੋਸੀ ਕੀਤੀ, ਪੈਰ ਚੁੰਮੇ, ਸਿਰ ਝੁਕਾਇਆ ਬਾਬਾ ਮੱਖਣ ਸ਼ਾਹ ਨੇ। ਜਦੋਂ ਸਿਰ ਝੁਕਾ ਕੇ 2 ਮੋਹਰਾਂ ਰੱਖੀਆਂ, ਮਹਾਰਾਜ ਨੇ ਗੁੱਟੋਂ ਫੜ ਲਿਆ ਸੀ। ਬੂਟੇ ਸ਼ਾਹ ਨੇ ਬਚਨ ਕਿਹਾ, ਕਹਿੰਦਾ ਵਾਹ ਪਾਰਸ਼ਾ ਸੀਰਤ ਯਾਫਤ। ਉਹਦਾ ਸੁਭਾਅ ਵੇਖ ਕੇ ਹੀ ਕੀਲਿਆ ਗਿਆ ਸੀ ਬਾਬਾ ਮੱਖਣ ਸ਼ਾਹ। ਹੁਣ ਕੌਤਕ ਵੇਖ ਕੇ, ਹੁਣ ਅਗੰਮੀ ਬਰਕਤ ਵੇਖ ਕੇ ਕਿਉਂ ਨਾ ਕਦਮ ਬੋਸੀ ਕਰੇਗਾ। ਜਦੋਂ 2-4 ਮੋਹਰਾਂ ਰੱਖ ਕੇ ਮੱਥਾ ਟੇਕਿਆ, ਗੁੱਟੋਂ ਫੜ ਕੇ ਬਾਪੂ ਕਹਿੰਦਾ ਲੋੜ ਨਹੀਂ ਹੈ, ਮੋਹਰਾਂ ਚੁੱਕੋ ਤੇ ਇੱਥੋਂ ਜਾਓ, ਸਾਡੀ ਕੋਈ ਲੋੜ ਨਹੀਂ ਹੈ। ਅਕਾਲ ਪੁਰਖ ਦੇ ਗੀਤ ਗਾਉਂਦੇ ਆ, ਆਨੰਦ ਵਿੱਚ ਰਹਿੰਦੇ ਆ, ਤੇ ਜੇ ਮੋਹਰਾਂ ਰੱਖਣੀਆਂ ਹੀ ਨੇ ਤੇ ਜਿਹੜੀ ਮਨੌਤ ਮੰਨੀ ਹੈ ਨਾ, ਜੋ ਅਮਾਨਤ ਹੈ ਗੁਰੂ ਘਰ ਦੀ, ਜਿਹੜੀ ਸੁਖਣਾ ਸੀ 500 ਮੋਹਰ ਦੀ, ਬਾਬਾ ਮੱਖਣ ਸ਼ਾਹ ਉਹ ਇੱਥੇ ਰੱਖ, ਤੇ ਜੇ 2 ਮੋਹਰਾਂ ਰੱਖਣੀਆਂ ਨੇ ਤੇ ਦੌੜ ਜਾਏ ਮੋਹਰਾਂ ਚੁੱਕ ਕੇ। ਇਹਨੂੰ ਇਹਨੂੰ ਕਹਿੰਦੇ ਨੇ ਬਿਨ ਬੋਲਿਆ ਸਭ ਕੁਛ ਜਾਣਦਾ। ਇਹਨੂੰ ਕਹਿੰਦੇ ਨੇ ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੈ, ਧਾਰਿਆ ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਨੈ। ਮੈਂ ਗੁਰੂ ਰਾਮਦਾਸ ਦਾ ਨਾਮ ਤਾਂ ਲਿਆ ਹੈ, 10 ਵਿੱਚ ਜੋਤ ਇੱਕੋ ਹੀ ਹੈ, ਜੋਤ ਓਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਹੈ। ਕਈ ਕਹਿੰਦੇ ਗੁਰੂ ਚ ਕਰਾਮਾਤ ਨਹੀਂ। ਉਹ ਕਵਲਿਆ ਕਦੇ ਬਾਣੀ ਧਿਆਨ ਨਾਲ ਪੜ, ਵਿਦ ਆਲ ਦਾ ਸਪਿਰਚੁਅਲ ਪਾਵਰਸ, ਵਿਦ ਆਲ ਦਾ ਮਿਰਾਕੂਲਸ ਪਾਵਰਸ, that transcendent Lord, that pervading Lord, he himself is called Guru Nanak। ਕਦੇ ਇੰਗਲਿਸ਼ ਦੇ ਟੀਕਾਕਾਰਾਂ ਨੂੰ ਪੜ, ਖੁਦਾ ਸਾਰੀ ਕਰਾਮਾਤ ਲੈ ਕੇ ਦੁਨੀਆ ਤੇ ਆਇਆ ਤੇ ਬਾਬਾ ਨਾਨਕ ਕਹਾਇਆ। ਤੂੰ ਕਹਿਣਾ ਕਰਾਮਾਤ ਹੈ ਨਹੀਂ ਹੈ, ਅੰਦਰ ਦੀ ਲਈ ਬੁੱਝ। ਤੇ ਜਦੋਂ ਬੁੱਝ ਲਈ ਅੰਦਰ ਦੀ ਬਾਤ ਤੇ 500 ਮੋਹਰ ਰੱਖਣੀ ਪੈਣੀ ਸੀ, ਰੱਖ ਦਿੱਤੀ। ਤੇ ਫਿਰ ਸ਼ੰਕਾ ਆ ਗਿਆ ਵੀ ਤੁੱਕਾ ਚੱਲ ਗਿਆ ਹੋਣਾ ਗੁਰੂ ਦਾ। ਬਾਪੂ ਨੇ ਜਦੋਂ ਬਾਬਾ ਮੱਖਣ ਸ਼ਾਹ ਦੇ ਮਨ ਵਿੱਚ ਸ਼ੰਕਾ ਆਉਣ ਤੇ ਮੋਢੇ ਤੋਂ ਲਿਬਾਸ ਪਰਾਂ ਕੀਤਾ ਨਾ, ਤੇ ਉਹਨੂੰ ਕਹਿੰਦੇ ਬਾਬਾ ਮੱਖਣ ਸ਼ਾਹ ਇੱਧਰ ਵੇਖ, ਪਿੱਖ ਕੰਧ ਅਭੀ ਲਗ ਛੱਲਾ ਪਇਓ,
ਜਾਨਤ ਤੂੰ ਇਹ ਝੱਲਾ ਪਇਓ। ਗਿਆਨੀ ਗਿਆਨ ਸਿੰਘ ਕਹਿੰਦੇ, ਮਹਾਰਾਜ ਕਹਿੰਦੇ ਇੱਧਰ ਦੇਖੋ ਬਾਬਾ ਮੱਖਣ ਸ਼ਾਹ, ਲੋਕਾਈ ਮੈਨੂੰ ਕਮਲਾ ਕਹਿੰਦੀ ਹੈ। ਲੋਕ ਕਹਿੰਦੇ ਨੇ ਰੱਬ ਦੇ ਗੀਤ ਗਾਉਣ ਵਾਲਾ ਜਿਹੜਾ ਹੋਰਾਂ ਦੇ ਗੀਤ ਨਹੀਂ ਗਾਉਂਦਾ, ਸੰਸਾਰ ਨਾਲ ਨਹੀਂ ਜੁੜਿਆ, ਨਿਰੰਕਾਰ ਨਾਲ ਜੁੜਿਆ ਹੈ, ਸ਼ਾਇਦ ਕਮਲਾ ਹੈ। ਉਹ ਤੂੰ ਕਮਲਾ ਸਮਝਦਾ ਹੈ ਵੀ ਮੈਂ ਵਾਹ ਦਵਾ ਬਚਨ ਕਰ ਰਿਹਾ ਹਾਂ, ਤੇਰਾ ਜਹਾਜ਼ ਡੁੱਬ ਜਾਣਾ ਸੀ। ਦੇਖ ਇਹ ਗਵਾਹ ਹੈ ਮੇਰਾ ਮੋਢਾ, ਜੋ ਮੋਢਾ ਤੇਰੇ ਜਹਾਜ਼ ਨੂੰ ਲੱਗਾ ਛਿੱਲਿਆ ਗਿਆ, ਪਰ ਤੇਰਾ ਜਹਾਜ਼ ਮੈਂ ਡੁੱਬਣ ਨਹੀਂ ਦਿੱਤਾ, ਭਵ ਸਾਗਰ ਤੋਂ ਪਾਰ ਲਾਇਆ ਹੈ। ਹੁਣ ਤੁਸੀਂ ਜੇ ਤਰਕ ਕਰੋ ਬੈਠਾ ਬਾਬੇ ਬਕਾਲੇ ਭੋਰੇ ਵਿੱਚ ਹੈ ਤੇ ਮੋਢੇ ਸਮੁੰਦਰਾਂ ਵਿੱਚ ਜਹਾਜ਼ਾਂ ਨੂੰ ਲਾਉਂਦਾ ਹੈ, ਇਹ ਸਾਖੀ ਤੇ ਹੋ ਗਈ ਝੂਠੀ। ਕਿਉਂਕਿ ਤੁਸੀਂ ਕਹਿ ਦਿੱਤਾ ਵੀ ਬਾਣੀ ਚੋਂ ਸਿੱਧ ਕਰੋ, ਤੇ ਆਓ ਬਾਣੀ ਨੂੰ ਪੁੱਛੀਏ ਵੀ ਬਾਪੂ ਕਰ ਸਕਦਾ ਏ। ਕਹਿੰਦੇ ਸਭ ਤੇ ਵੱਡ ਸਮਰੱਥ ਗੁਰਦੇਵ, ਕਹਿੰਦੇ ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਕਿਹੜੀ ਕਰਾਮਾਤ ਹੈ ਜਿਹੜੀ ਗੁਰੂ ਨਹੀਂ ਕਰ ਸਕਦਾ। ਚਾਹੇ ਤੇਰੇ ਜੀਵਨ ਦਾ ਜਹਾਜ਼ ਡੁੱਬ ਰਿਹਾ ਹੈ, ਤੂੰ ਵਿਕਾਰਾਂ ਵਿੱਚ ਗੋਤੇ ਖਾ ਰਿਹਾ ਹੈ, ਚਾਹੇ ਪ੍ਰਤੱਖ ਤਖਤੋ ਤਾਜ ਤੇਰੇ ਡੁੱਬ ਰਹੇ ਨੇ, ਆਈ ਕਿਤੇ ਬਾਪੂ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਤੇਰੇ ਡੁੱਬਦੇ ਹੋਏ ਜਹਾਜ਼ ਨੂੰ ਬੰਨੇ ਲਾਉਣ ਲਈ ਮੋਢਾ ਲਾ ਦੇਵੇਗਾ ਉਹ। ਖੇੜੇ ਵਿੱਚ ਆਇਆ ਬਾਬਾ ਮੱਖਣ ਸ਼ਾਹ, ਗੱਜ ਵੱਜ ਕੇ ਕਹਿੰਦਾ ਹੈ ਫਿਰ ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ।